ਵੱਡੀ ਖਬਰ ਦਾ ਰੁਖ ਕਰ ਲੈਂਦੇ ਹਾਂ। ਡੇਰਾ ਮੁਖੀ ਦੇ ਨਾਲ ਸੰਬੰਧਿਤ ਇਹ ਖਬਰ ਹੈ। ਡੇਰਾ ਮੁਖੀ ਦੇ ਮਾਮਲੇ ਦੇ ਵਿੱਚ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ ਫਰੀਦਕੋਟ ਅਦਾਲਤ ਦੇ ਵਿੱਚ। ਵੱਡੀ ਖਬਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਟੀਵੀ ਸਕਰੀਨ ਤੇ। ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ। FIR ਨੰਬਰ 63 ਜਿਹੜੀ ਹੋਈ ਸੀ ਬੇਅਦਬੀ ਮਾਮਲੇ ਦੇ ਵਿੱਚ, ਜਿਹੜੀ FIR ਨੰਬਰ 63 ਦਰਜ ਹੋਈ ਸੀ, ਉਸ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਸਰੂਪ ਚੋਰੀ ਹੋਣ ਦਾ ਇਹ ਮਾਮਲਾ ਸੀ। ਗੁਰੂ ਮਹਾਰਾਜ ਦਾ ਸਰੂਪ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਇਹ FIR ਦਰਜ ਹੋਈ ਹੈ, FIR ਨੰਬਰ 63, ਔਰ ਉਸ FIR ਦੇ ਤਹਿਤ ਗੁਰਮੀਤ ਰਾਮ ਰਹੀਮ ਦੇ ਖਿਲਾਫ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ। 2 ਵਾਰ SIT ਜਿਹੜੀ ਆ ਉਹ ਪੁੱਛਗਿੱਛ ਕਰਨ ਗਈ ਸੀ ਸੁਨਾਰੀਆ ਜੇਲ੍ਹ ਦੇ ਵਿੱਚ। ਰੋਹਤਕ ਦੀ ਸੁਨਾਰੀਆ ਜੇਲ੍ਹ ਜਿੱਥੇ ਗੁਰਮੀਤ ਰਾਮ ਰਹੀਮ ਬੰਦ ਹੈ, 2 ਵਾਰ SIT ਗਈ। ਪਰਮਵੀਰ ਸਿੰਘ ਪਰਮਾਰ ਦੀ ਅਗਵਾਈ ਦੇ ਵਿੱਚ ਉਹਨਾਂ ਵੱਲੋਂ 2 ਵਾਰ ਪੁੱਛਗਿੱਛ ਕੀਤੀ ਗਈ। ਬਹੁਤ ਸਾਰੇ ਸਵਾਲ, ਲੰਬਾ ਚੌੜਾ ਬਿਊਰਾ ਉਸ ਵੇਲੇ ਅਸੀਂ ਨਿਊਜ਼ 18 ਤੇ ਸਾਰਾ ਦਿਖਾਇਆ ਸੀ ਕਿ ਕਿਹੜੇ-ਕਿਹੜੇ ਸਵਾਲ ਗੁਰਮੀਤ ਰਾਮ ਰਹੀਮ ਤੋਂ ਪੁੱਛੇ ਗਏ ਨੇ। ਸੋ 2 ਵਾਰ ਪੁੱਛਗਿੱਛ ਹੋਈ। ਉਸ ਤੋਂ ਬਾਅਦ SIT ਨੇ ਆਪਣੀ ਚਾਰਜ ਸ਼ੀਟ ਦਾਖਲ ਕਰ ਦਿੱਤੀ। ਫਰੀਦਕੋਟ ਅਦਾਲਤ ਦੇ ਵਿੱਚ ਸਬਮਿਟ ਕੀਤੀ ਗਈ ਹੈ ਚਾਰਜ ਸ਼ੀਟ ਗੁਰਮੀਤ ਰਾਮ ਰਹੀਮ ਦੇ ਸੰਦਰਭ ਦੇ ਵਿੱਚ। FIR ਨੰਬਰ 63 ਦਰਜ ਹੋਈ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। ਉਸ ਮਾਮਲੇ ਦੇ ਵਿੱਚ ਜਿਹੜੀ FIR ਦਰਜ ਕੀਤੀ ਗਈ ਸੀ ਔਰ ਉਸੇ ਮਾਮਲੇ ਦੇ ਵਿੱਚ SIT ਨੇ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਹੈ। ਹਾਲਾਂਕਿ ਉਸ ਦੇ ਵਿੱਚ ਵੀ ਕਾਫੀ ਹਰਡਲ ਸੀ, ਕਾਫੀ ਅੜਚਣਾ ਸੀ। ਪਹਿਲਾਂ SIT ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਣਾ ਚਾਹੁੰਦੀ ਸੀ ਗੁਰਮੀਤ ਰਾਮ ਰਹੀਮ ਨੂੰ, ਪਰ ਬਾਅਦ ਦੇ ਵਿੱਚ ਅਦਾਲਤ ਨੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ, ਲਾਅ ਐਂਡ ਆਰਡਰ ਦਾ ਹਵਾਲਾ ਦਿੰਦੇ ਹੋਏ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਪਰ SIT ਨੂੰ ਇਹ ਮਨਜ਼ੂਰੀ ਜ਼ਰੂਰ ਦੇ ਦਿੱਤੀ ਕਿ ਉਹ ਜਾ ਕੇ ਪੁੱਛਗਿੱਛ ਕਰ ਸਕਦੀ ਹੈ। ਸੋ SIT ਸੁਨਾਰੀਆ ਜੇਲ੍ਹ ਗਈ, ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਹੋਈ। ਕਾਫੀ ਲੰਬੀ ਚੌੜੀ ਇਹ ਪੁੱਛਗਿੱਛ ਰਹੀ। ਬਹੁਤ ਸਾਰੇ ਸਵਾਲ ਜਿਹੜੇ ਸੀ ਉਹ ਪੁੱਛੇ ਗਏ। ਗੁਰਮੀਤ ਰਾਮ ਰਹੀਮ ਦੇ ਜੋ ਜਵਾਬ ਸੀ, ਉਹਨਾਂ ਨੇ ਕਿਹਾ ਕਿ ਮੈਨੂੰ ਇਸ ਬਾਬਤ ਕੁਝ ਨਹੀਂ ਪਤਾ, ਮੇਰਾ ਇਸ ਦੇ ਨਾਲ ਕੋਈ ਵਾਸਤਾ ਨਹੀਂ। ਜਿਨ੍ਹਾਂ ਲੋਕਾਂ ਦੇ ਨਾਮ ਵੀ ਆਏ ਸੀ ਉਸ ਬਾਰੇ ਵੀ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਮੇਰਾ ਕੋਈ ਵਾਸਤਾ ਨਹੀਂ। ਸੋ ਅੱਜ ਚਾਰਜ ਸ਼ੀਟ ਦਾਖਲ ਹੋਈ ਹੈ। ਨਰੇਸ਼ ਸੇਠੀ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਨਰੇਸ਼, ਕੀ ਕੁਝ ਚਾਰਜ ਸ਼ੀਟ ਦੇ ਵਿੱਚ ਹੈ? ਕੁਝ ਅਪਡੇਟ ਮਿਲ ਪਾਈ ਹੈ? ਕੁਝ ਆਈਡੀਆ? देखो विजयपाल, ज्यादा ਅਸੀਂ ਇਸ ਬਾਰੇ ਹਜੇ ਗੱਲ ਨਹੀਂ ਕਰ ਸਕਦੇ ਕਿਉਂਕਿ ਚਾਰਜ ਸ਼ੀਟ ਜ਼ਰੂਰ ਪੇਸ਼ ਹੋ ਚੁੱਕੀ ਹੈ। ਇਹਨਾਂ ਜਿਹੜਾ ਜਾਣਕਾਰੀ ਸਾਹਮਣੇ ਆਈ ਹੈ, ਪਰ ਉਸ ਚਾਰਜ ਸ਼ੀਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਹਾਲੇ ਇਸ ਸੰਬੰਧੀ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਸਿਰਫ ਅਸੀਂ ਇਹ ਦੱਸ ਸਕਦੇ ਹਾਂ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਜੋ ਸਰੂਪ ਚੋਰੀ ਹੋਇਆ ਸੀ ਗੁਰੂ ਮਹਾਰਾਜ ਜੀ ਦਾ, ਉਸ ਸੰਬੰਧ ਵਿੱਚ 63 ਨੰਬਰ FIR ਥਾਣਾ ਬਾਜਾਖਾਨਾ ਵਿੱਚ ਦਰਜ ਸੀ ਔਰ ਉਸ ਵਿੱਚ 9 ਜਿਹੜੇ ਆਰੋਪੀਆਂ ਦੇ ਖਿਲਾਫ ਜਿਹੜੇ ਆਲਰੇਡੀ ਚਲਾਨ ਪੇਸ਼ ਹੋ ਚੁੱਕਾ ਸੀ। ਪਰ ਜਦੋਂ ਸੁਨਾਰੀਆ ਜੇਲ੍ਹ ਵਿੱਚ 2 ਵਾਰ ਜਿਹੜੀ ਡੇਰਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਹੋਈ ਹੈ, ਉਸ ਤੋਂ ਬਾਅਦ SIT ਵੱਲੋਂ ਇੱਕ ਸਪਲੀਮੈਂਟਰੀ ਚਲਾਨ ਜਿਹੜਾ ਫਰੀਦਕੋਟ ਦੀ ਅਦਾਲਤ ਵਿੱਚ ਅੱਜ ਜਿਹੜਾ ਪੇਸ਼ ਕੀਤਾ ਗਿਆ। ਹਾਲਾਂਕਿ ਉਸ ਸੰਬੰਧ ਵਿੱਚ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿ ਉਸ ਚਲਾਨ ਵਿੱਚ ਥੋੜੀ ਦੇਰ ਬਾਅਦ ਹੋ ਸਕਦਾ ਕਿ ਸਾਨੂੰ ਉਸ ਚਲਾਨ ਦੀ ਕੋਈ ਕਾਪੀ ਮਿਲ ਜੇ ਤਾਂ ਉਸ ਸੰਬੰਧੀ ਅਸੀਂ ਜ਼ਿਆਦਾ ਜਾਣਕਾਰੀ ਦੇ ਸਕਦੇ ਹਾਂ ਜਾਂ ਜ਼ਿਆਦਾ ਡਿਟੇਲ ਵਿੱਚ ਦੱਸ ਸਕਦੇ ਹਾਂ ਕਿ ਉਸ ਦੇ ਵਿੱਚ ਮੁੱਢਲੇ ਤੌਰ ਤੇ ਅਸੀਂ ਮੰਨ ਸਕਦੇ ਕਿ ਜਿਹੜੀ 2 ਵਾਰ ਪੁੱਛਗਿੱਛ ਹੋਈ ਹੈ ਡੇਰਾ ਮੁਖੀ ਤੋਂ, ਉਸ ਸੰਬੰਧ ਨੂੰ ਲੈ ਕੇ ਉਸ ਵਿੱਚ ਜੋ ਵੀ ਨਵੀਆਂ ਫਾਈਂਡਿੰਗਸ ਆਈਆਂ ਨੇ ਉਸ ਨੂੰ ਲੈ ਕੇ ਜਿਹੜਾ ਨਵਾਂ ਸਪਲੀਮੈਂਟਰੀ ਚਲਾਨ ਜਿਹੜਾ ਪੇਸ਼ ਫਰੀਦਕੋਟ ਦੀ ਅਦਾਲਤ ਵਿੱਚ ਕਰ ਦਿੱਤਾ ਗਿਆ SIT ਵੱਲੋਂ। ਕਿਉਂਕਿ ਨਰੇਸ਼, ਮੋਟੇ ਤੌਰ ਤੇ ਤਾਂ ਉਸ ਵੇਲੇ SIT ਨੇ ਵੀ ਇਹ ਚੀਜ਼ਾਂ ਦੱਸੀਆਂ ਸੀ। ਉਸ ਵੇਲੇ ਨਿਊਜ਼ 18 ਤੇ ਸਾਰਾ ਕੁਝ ਦਿਖਾਇਆ ਗਿਆ ਸੀ ਕਿ ਕੀ ਸਵਾਲ ਪੁੱਛੇ ਗਏ ਨੇ, ਕਿੱਡੀ ਲੰਬੀ ਚੌੜੀ ਲਿਸਟ ਸੀ ਉਸ ਵੇਲੇ ਜਿਹੜੇ ਸਵਾਲ ਤਿਆਰ ਕਰਕੇ SIT ਲੈ ਕੇ ਗਈ ਸੀ। 2 ਵਾਰ SIT ਗਈ ਹੈ ਔਰ ਉਹਦੇ ਵਿੱਚ ਕੋਈ ਤਸੱਲੀ ਬਖਸ਼ ਜਵਾਬ ਉਹਨਾਂ ਨੂੰ ਨਹੀਂ ਮਿਲੇ ਸੀ। ਇਹ ਚੀਜ਼ ਤੇ ਉਸ ਵੇਲੇ SIT ਦੇ ਮੈਂਬਰਾਂ ਨੇ ਵੀ ਕਿਤੇ ਨਾ ਕਿਤੇ ਸਾਫ਼ ਕਰਤੀ ਸੀ, ਦੱਸਤਾ ਸੀ। ਦੇਖੋ 2 ਵਾਰੀ ਪੁੱਛਗਿੱਛ ਹੋਈ ਹੈ SIT ਵੱਲੋਂ, ਜਿਹੜਾ ਸੁਨਾਰੀਆ ਜੇਲ੍ਹ ਵਿੱਚ ਜਾ ਕੇ ਡੇਰਾ ਮੁਖੀ ਤੋਂ 2 ਵਾਰ ਪੁੱਛਗਿੱਛ ਕੀਤੀ ਹੈ। ਉਸ ਵੱਲੋਂ ਕਈ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਗੋਲ-ਮੋਲ ਦਿੱਤੇ ਗਏ, ਸਪਸ਼ਟ ਤੌਰ ਤੇ ਨਹੀਂ। ਪਰ ਫਿਰ ਵੀ ਜੋ ਵੀ ਉਹਨਾਂ ਨੂੰ ਇਸ ਪੁੱਛਗਿੱਛ ਦੌਰਾਨ ਜੋ ਵੀ ਫਾਈਂਡਿੰਗਸ ਮਿਲੀਆਂ ਜਾਂ ਜੋ ਵੀ ਤੱਥ ਇਕੱਠੇ ਹੋਏ ਨੇ, ਉਸ ਸੰਬੰਧ ਵਿੱਚ ਮੰਨ ਸਕਦਾ ਕਿ ਇੱਕ ਰਿਪੋਰਟ ਤਿਆਰ ਕੀਤੀ ਜਾ ਸਕਦੀ ਹੈ। ਕੋਈ ਰਿਪੋਰਟ ਤਿਆਰ ਕਰਕੇ ਜਿਹੜਾ ਚਲਾਨ ਸਪਲੀਮੈਂਟਰੀ ਚਲਾਨ ਜਿਹੜਾ ਹੁਣ ਪੇਸ਼ ਕਰਤਾ ਗਿਆ। ਫਿਲਹਾਲ ਅਸੀਂ ਜ਼ਿਆਦਾ ਡਿਟੇਲ 'ਚ ਉਦੋਂ ਹੀ ਇਹਦੇ ਸੰਬੰਧ ਵਿੱਚ ਗੱਲ ਕਰ ਸਕਾਂਗੇ ਜਦੋਂ ਚਲਾਨ ਦੀ ਸਾਨੂੰ ਕਾਪੀ ਮਿਲੇਗੀ ਕਿ ਉਸ ਵਿੱਚ ਜਿਹੜੇ ਨਵੇਂ ਤੱਥ ਸਾਹਮਣੇ ਆਏ ਨੇ। ਪੁੱਛਗਿੱਛ ਦੌਰਾਨ ਬਾਬਾ ਨੇ ਅਜਿਹਾ ਕੀ ਕਿਹਾ ਕਿ ਜਿਸ ਨੂੰ ਲੈ ਕੇ ਜਿਹੜਾ ਨਵਾਂ ਚਲਾਨ ਜਿਹੜਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਠੀਕ ਹੈ, ਸ਼ੁਕਰੀਆ ਨਰੇਸ਼ ਇਸ ਜਾਣਕਾਰੀ ਦੇ ਲਈ। ਤਾਂ ਫਿਲਹਾਲ ਹਲੇ ਇਸ ਦੇ ਤੱਥ ਬਾਹਰ ਨਹੀਂ ਆਏ ਨੇ ਕੀ ਇਸ ਦੀਆਂ ਫਾਈਂਡਿੰਗਸ ਨੇ। SIT ਨੇ ਜਿਹੜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ ਜਾਂ ਚਾਰਜ ਸ਼ੀਟ ਜਿਹੜੀ ਹੈ ਉਹ ਪੇਸ਼ ਕੀਤੀ ਹੈ ਫਰੀਦਕੋਟ ਅਦਾਲਤ ਦੇ ਵਿੱਚ, ਕਿਉਂਕਿ ਮਾਮਲਾ ਚੱਲ ਰਿਹਾ ਹੈ। FIR ਨੰਬਰ 63 ਦਰਜ ਹੋਈ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। ਉਸ ਤੋਂ ਬਾਅਦ ਬਹੁਤ ਸਾਰੇ ਵਿਅਕਤੀਆਂ ਤੋਂ ਪੁੱਛਗਿੱਛ ਹੋਈ, ਬਹੁਤ ਸਾਰੇ ਨਾਮਜ਼ਦ ਵੀ ਹੋਏ ਇਸ ਮਾਮਲੇ ਦੇ ਵਿੱਚ। ਗੁਰਮੀਤ ਰਾਮ ਰਹੀਮ ਨੂੰ ਜਿਹੜੀ ਪਹਿਲੀ SIT ਸੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਵਾਲੀ, ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਕੁੰਵਰ ਵਿਜੇ ਪ੍ਰਤਾਪ ਦੀ SIT ਨੂੰ ਉਸ ਵੇਲੇ ਇਜਾਜ਼ਤ ਨਹੀਂ ਮਿਲੀ ਸੀ ਸੁਨਾਰੀਆ ਜੇਲ੍ਹ ਜਾ ਕੇ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ। ਉਸ ਤੋਂ ਬਾਅਦ ਨਵੀਂ SIT ਜਿਹੜੀ ਸੀ ਐਸ ਸਰਕਾਰ ਵੱਲੋਂ ਗਠਿਤ ਕੀਤੀ ਗਈ ਤਾਂ ਉਸ SIT ਦੇ ਵਿੱਚ ਉਸ SIT ਵੱਲੋਂ
ਪਹਿਲਾਂ ਪ੍ਰੋਡਕਸ਼ਨ ਵਾਰੰਟ ਜਿਹੜੇ ਸੀ ਉਹ ਹਾਸਲ ਕੀਤੇ ਗਏ। ਫਰੀਦਕੋਟ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਵੀ ਦੇ ਦਿੱਤੇ ਸੀ ਗੁਰਮੀਤ ਰਾਮ ਰਹੀਮ ਨੂੰ ਲਿਆਉਣ ਦੇ, ਪਰ ਉਸ ਤੋਂ ਬਾਅਦ ਹਾਈ ਕੋਰਟ ਇਹ ਮਾਮਲਾ ਗਿਆ ਔਰ ਹਾਈ ਕੋਰਟ ਨੇ ਉਹਨਾਂ ਪ੍ਰੋਡਕਸ਼ਨ ਵਾਰੰਟ ਤੇ ਰੋਕ ਲਾ ਦਿੱਤੀ, ਉਹਨਾਂ ਦੇ ਅਮਲ ਤੇ ਰੋਕ ਲਾ ਦਿੱਤੀ ਕਿ ਇਹ ਕਿਉਂਕਿ ਗੁਰਮੀਤ ਰਾਮ ਰਹੀਮ ਦੇ ਵਕੀਲਾਂ ਵੱਲੋਂ ਚੈਲੰਜ ਕੀਤਾ ਗਿਆ ਕਿ ਇਹ ਲਾਅ ਐਂਡ ਆਰਡਰ ਦਾ ਮਸਲਾ ਹੈ, ਇਸ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਨਹੀਂ ਜਾ ਸਕਦਾ। ਉਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਨਾਲ ਦੀ ਨਾਲ SIT ਨੂੰ ਇਹ ਪਰਮਿਸ਼ਨ ਜ਼ਰੂਰ ਦੇ ਦਿੱਤੀ ਕਿ SIT ਉੱਥੇ ਜਾ ਕੇ ਪੁੱਛਗਿੱਛ ਕਰ ਸਕਦੀ ਹੈ। 2 ਵਾਰ SIT ਦੇ ਮੈਂਬਰ ਉੱਥੇ ਗਏ ਔਰ ਉਹਨਾਂ ਵੱਲੋਂ ਸਵਾਲਾਂ ਦੀ ਲੰਬੀ ਚੌੜੀ ਸੂਚੀ ਤਿਆਰ ਕੀਤੀ ਗਈ। ਉਹ ਸਵਾਲ ਗੁਰਮੀਤ ਰਾਮ ਰਹੀਮ ਦੇ ਸਾਹਮਣੇ ਰੱਖੇ ਗਏ, ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਗਈ। ਜਵਾਬ ਉਹਨਾਂ ਨੇ ਕਿਹਾ ਵੀ ਇਹ ਗੱਲ ਜਿਹੜਾ ਸੀ ਆਫ ਕੈਮਰਾ ਵੀ ਇਹ ਗੱਲਾਂ ਕਹੀਆਂ ਕਿ ਉਹ ਤਸੱਲੀ ਬਖਸ਼ ਜਵਾਬ ਨਹੀਂ ਦਿੱਤੇ ਗਏ। ਜੋ ਸਵਾਲ ਸੀ ਉਸ ਵੇਲੇ ਅਸੀਂ ਪੂਰੀ ਉਸ ਦੀ ਲਿਸਟ ਜਿਹੜੀ ਸੀ ਉਹ ਨਿਊਜ਼ 18 ਤੇ ਦੱਸੀ ਸੀ, ਦਿਖਾਈ ਸੀ ਕਿ ਕਿਹੜੇ ਸਵਾਲ ਪੁੱਛੇ ਗਏ ਸੀ। ਸੋ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ ਹੈ, ਬਹੁਤ ਜਲਦੀ ਵਾਪਸ ਆਉਣੀ ਹੈ।